ਤੁਸੀਂ ਸਾਰੇ ਜਾਣਦੇ ਹੋ ਕਿ ਬੇਅਦਬੀ ਦੀ ਲੜਾਈ, ਬਰਗਾੜੀ ਦੀ ਲੜਾਈ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਔਰ ਇਸ ਮੁੱਦੇ ਤੇ ਹੀ ਮੈਂ ਕੈਪਟਨ ਸਾਹਿਬ ਨੂੰ ਬੋਲ ਕੇ ਸਿੱਧਾ ਕਿ ਤੁਹਾਡੇ ਸਿਸਟਮ ਦੇ ਵਿੱਚ ਮੈਨੂੰ ਕੰਮ ਨਹੀਂ ਕਰਨਾ ਹੈ, ਮੈਂ IPS ਦੀ ਨੌਕਰੀ ਛੱਡ ਦਿੱਤੀ ਸੀ। ਹੁਣ ਤੁਸੀਂ ਦੇਖੋਗੇ ਅੱਜ ਦਾ ਜਿਹੜਾ ਦਿਨ ਹੈ, ਅੱਜ ਸਾਰੇ ਪੰਜਾਬ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਿਦੇਸ਼ ਦੇ ਵਿੱਚ ਜੋ ਰਹਿ ਰਹੇ ਨੇ, ਥੋੜੀ ਸੀ ਖੁਸ਼ੀ ਹੋਈ ਹੋगी ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ ਆਇਆ ਹੈ ਔਰ ਜੋ ਅੱਜ ਦੀ ਕਾਰਵਾਈ ਹੋਈ ਹੈ ਉਸ ਦੇ ਵਿੱਚ ਜਿਹੜੇ ਦੋਸ਼ੀ ਸੀਗੇ, ਜਿਨ੍ਹਾਂ ਨੂੰ ਮੈਂ ਦੋਸ਼ੀ ਪਰਿਵਾਰ ਬੋਲਦਾ ਹੁੰਦਾ ਸੀ, ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇੱਕ ਚੀਜ਼ ਜੋ ਅਸੀਂ ਤਫਤੀਸ਼ ਦੇ ਵਿੱਚ ਕੀਤੀ ਸੀ, ਕੈਪਟਨ ਸਾਹਿਬ ਦੀ ਲੀਗਲ ਟੀਮ ਹੋਵੇ ਜਾਂ ਉਹਨਾਂ ਦੀ ਪੋਲੀਟੀਕਲ ਟੀਮ ਹੋਵੇ, ਉਹਨਾਂ ਨੇ ਸਾਡੀ ਰਿਪੋਰਟ ਖਾਰਿਜ ਕੀਤੀ ਸੀ। ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਮੇਰੀ ਰਿਪੋਰਟ ਸੀਗੀ ਉਹ ਕੋਈ ਰਿਪੋਰਟ ਨਹੀਂ ਸੀਗੀ, ਇਹ ਚਾਰਜਸ਼ੀਟ ਸੀਗਾ ਔਰ ਚਾਰਜਸ਼ੀਟ ਫਰੀਦਕੋਟ ਦੀ ਮਾਨਯੋਗ ਅਦਾਲਤ ਦੇ ਵਿੱਚ ਦਿੱਤੀ ਹੋਈ ਸੀ ਔਰ ਜਦੋਂ ਖਾਰਿਜ ਕਰਵਾਈ ਗਈ ਉਦੋਂ ਵੀ ਰਿਪੋਰਟ ਕਿੱਥੇ ਪਈ ਸੀ? ਫਰੀਦਕੋਟ ਦੀ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ। ਮੈਂ ਹਮੇਸ਼ਾ ਇਹੀ ਬੇਨਤੀ ਕਰਦਾ ਰਿਹਾ ਕਿ ਜਿਸ ਰਿਪੋਰਟ ਨੂੰ ਖਾਰਿਜ ਕੀਤਾ ਜਾ ਰਿਹਾ ਹੈ, ਕਰਾਇਆ ਜਾ ਰਿਹਾ ਹੈ, ਘੱਟੋ ਘੱਟ ਉਸ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਲਿਆ ਕੇ ਦੇਖ ਲਿਆ ਜਾਵੇ ਕਿ ਉਹ ਕੀ ਚੀਜ਼ ਹੈ। ਕਿਉਂ? ਜਿਸ ਚੀਜ਼ ਨੂੰ ਖਾਰਿਜ ਕਰ ਰਿਹਾ ਉਹ ਚੀਜ਼, ਉਹ ਮਟੀਰੀਅਲ ਫਰੀਦਕੋਟ ਦੇ ਵਿੱਚ ਪਿਆ ਹੈ, ਬਗੈਰ ਉਸ ਨੂੰ ਵੇਖੇ ਹੋਏ ਕਿਸ ਤਰੀਕੇ ਦੇ ਨਾਲ ਇਨਸਾਫ ਹੋ ਸਕਦਾ ਹੈ? ਇਸ ਕਰਕੇ ਦੇਖੋ, ਇਨਸਾਫ ਦਾ ਕਤਲ ਹੋਇਆ, ਇਨਸਾਫ ਦਾ ਕਤਲ ਹੋਇਆ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਵਿੱਚ, ਗੋਲੀ ਕਾਂਡ ਦੇ ਕੇਸ ਦੇ ਵਿੱਚ। ਇਸ ਕਰਕੇ ਮੈਂ ਕਿਹਾ ਕਿ ਨਹੀਂ, ਹੁਣ ਇਸ ਸਿਸਟਮ ਦੇ ਵਿੱਚ IPS ਦੀ ਨੌਕਰੀ ਨਹੀਂ ਕਰਨੀ ਹੈ ਔਰ ਇਸ ਸਿਸਟਮ ਨੂੰ ਬਦਲਣਾ ਹੈ। ਮੈਂ ਸਿਸਟਮ ਨੂੰ ਬਦਲਣ ਵਾਸਤੇ IPS ਦੀ ਨੌਕਰੀ ਛੱਡੀ ਸੀ। ਲੇਕਿਨ ਅੱਜ ਜੋ ਫੈਸਲਾ ਆਇਆ ਹੈ, ਮੈਂ ਵੀ ਇਹਨਾਂ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਸੀ। ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਅੱਜ ਰਹੇ ਨਹੀਂ, ਮੈਂ ਅਕਸ਼ੇ ਕੁਮਾਰ ਦੇ ਨਾਲ ਪੁੱਛਗਿੱਛ ਕੀਤੀ ਸੀ, ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਤੇ ਬਹੁਤ ਸਾਰੇ ਅਫਸਰਾਂ ਦੇ ਨਾਲ ਪੁੱਛਗਿੱਛ ਮੈਂ ਕੀਤੀ ਸੀ। ਠੀਕ ਹੈ, ਤੁਸੀਂ ਸਾਰੇ ਜਾਣਦੇ ਹੋ ਕਿ SIT ਨੇ ਮੈਨੂੰ ਸਹਿਯੋਗ ਨਹੀਂ ਕੀਤਾ। ਜੋ ਸੀਨੀਅਰ ਮੋਸਟ ਮੈਂਬਰ ਸੀਗੇ, ਦੋ ਮੇਰੇ ਤੋਂ ਉੱਪਰ, ਉਹਨਾਂ ਨੇ ਅੱਜ ਤੱਕ ਕੋਈ ਕੇਸ ਡਾਇਰੀ ਨਹੀਂ ਲਿਖੀ ਹੈ ਔਰ ਇਹ ਚੀਜ਼ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ। आज जो कबूलनामा होया है, एक गुनाह जो कबूल किया गया है वो एक जिस्ट है, एक समरी है। वैसे तो यह पूरा कमरा भर जाएगा जो सबूत असी मानयोग अदालत दे विच दिता, लेकिन ओदा एक जिस्ट है, दे विच समरी है, एक समरी है, बस समरी देखो। चाहे तुसी देखो बेअदबी क्यों करवाई गई, प्रोटेस्ट क्यों होया, प्रोटेस्ट क्यों होया? प्रोटेस्ट इस करके होया क्योंकि गुरु ग्रंथ साहिब जी की बेअदबी हुई। इस तो अलावा एक मूवी रिलीज कराई गई सी 25 अक्तूबर नूं, 25 सितंबर नूं एक मूवी मैसेंजर ऑफ गॉड सी वो रिलीज हुई सी और 2 अक्तूबर नूं एक होर मूवी रिलीज हुई सी अक्षय कुमार दी, सिंह इज ब्लिंग। ये दोवें दी रिलीज का आपस दे विच बहुत ही नेड़ला संबंध है। ये सारा कुछ ये जिस्ट है और ये अदालत दे विच भी है, ये हर पासे है और सरकार दे कोल भी है, पुलिस डिपार्टमेंट दे कोल भी है, साडे वकील साहिबान दे कोल भी है जो मैं आज लियांदा। आज तुसी देखो एक चीज़ इहदे विच है कि माफ़ी जदों दिती गई तो किन्ने पैसे लगाए गए एडवरटाइजमेंट ते, वो भी इन्हों ने आज कबूल कर लिया है। इहदे विच गलत की है, देखो ये सारा चीज़ इहदे विच लिखिया होया है, तो यही चीज़ नूं कैंसिल किया गया है। तां ही मैं बार बार बोलदा हाँ कि तुसी रिपोर्ट मंगाउंदे, रिपोर्ट मंगा के पढ़दे, एक लाइन तुसी दसदे कि किहड़ी लाइन गलत है, फिर एक लाइन भी गलत मिले तुसी क्वेश्चन कर देंदे, करा देंदे, मैनूं कोई एतराज नहीं सी। तो आ देखो इहदे विच भी यही जिक्र है कि इन्हां ने लाखां रुपए खर्च किए और इहदे विच बिल भी दिता होया है। बिल भी असी इन राइटिंग SGPC कोलों लेके बतौर वजह सबूत अदालत दे विच दिता। कोई वैसे नहीं असी इल्जाम लगा दिता, श्रोमणी कमेटी तो असी लिखती तौर पर वो हरेक एडवरटाइजमेंट का बिल लेके लगाया हुआ है
ਤਾਂ ਜੋ ਉਹ ਸਬੂਤ ਹੁੰਦਾ ਹੈ। ਇਸ ਸਬੂਤ ਤੋਂ ਹੀ ਇਹ ਸਾਰੇ ਲੋਕ ਡਰ ਗਏ। ਇਸ ਤੋਂ ਇਲਾਵਾ ਦੇਖੋ ਹਰ ਚੀਜ਼ ਇਹਦੇ ਵਿੱਚ ਹੈ, ਹਰੇਕ ਚੀਜ਼। ਜਿਸ ਤਰ੍ਹਾਂ 24 ਸਤੰਬਰ ਨੂੰ ਪਾਰਡਨ ਕੀਤਾ ਗਿਆ, ਮਾਫੀ ਦਿੱਤਾ ਗਿਆ। ਮਾਫੀਨਾਮਾ ਕਿਸਨੇ ਲਿਖਿਆ ਸੀ? ਸਰਦਾਰ ਤਰਲੋਚਨ ਸਿੰਘ ਜੀ ਦਾ ਮੈਂ ਬਿਆਨ ਲਿਖਿਆ ਔਰ ਉਹਨਾਂ ਨੇ ਵੀ ਤਈਦ ਕੀਤੀ ਹੈ। ਇਸ ਸੰਬੰਧ ਦੇ ਵਿੱਚ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰ ਚੁੱਕਿਆ ਹਾਂ। ਸਰਦਾਰ ਤਰਲੋਚਨ ਸਿੰਘ ਜੀ ਮੇਰੇ ਗਵਾਹ ਸੀਗੇ ਔਰ ਪਹਿਲਾਂ ਉਹ ਕੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਨੇ ਔਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ। ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਬੇਅਦਬੀ ਦੇ ਬਾਰੇ ਸਾਰਾ ਬਿਰਤਾਂਤ ਲਿਖਿਆ। ਇੱਥੇ ਦੇਖੋ ਜਥੇਦਾਰ ਇਕਬਾਲ ਸਿੰਘ ਜੀ ਜੋ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਨ, ਉਹਨਾਂ ਦਾ ਬਿਆਨ ਵੀ ਹੈ। ਉਹਨਾਂ ਨੇ ਸਾਰਾ ਕੁਝ ਵਿਸਤਾਰ ਪੂਰਵਕ ਹੱਥ ਲਿਖਿਤ ਉਹਨਾਂ ਦਾ ਬਿਆਨ ਹੈ ਕਿ ਕਿਸ ਤਰੀਕੇ ਦੇ ਨਾਲ 24 ਸਤੰਬਰ ਨੂੰ ਮਾਫੀ ਦਿੱਤੀ ਗਈ ਸੀ। ਇਹ ਸਾਰਾ ਚੀਜ਼ ਸਬੂਤ ਹੈ। ਔਰ ਇਸ ਤੋਂ ਇਲਾਵਾ ਜੋ ਇੱਕ FIR ਸੀਗਾ 2007 ਦਾ FIR ਕਿਸ ਤਰੀਕੇ ਦੇ ਨਾਲ ਖਾਰਿਜ ਕਰਵਾਇਆ ਗਿਆ, ਕੁਐਸ਼ ਕਰਵਾਇਆ ਗਿਆ। 2000 ਜਦੋਂ 12 ਦਾ ਇਲੈਕਸ਼ਨ ਆ ਰਿਹਾ ਸੀ ਤਾਂ ਉਸ ਇਲੈਕਸ਼ਨ ਤੋਂ 5 ਦਿਨ ਪਹਿਲਾਂ ਕਿਸ ਤਰੀਕੇ ਦੇ ਨਾਲ ਉਹ FIR ਦੇ ਵਿੱਚ ਕੈਂਸਲੇਸ਼ਨ ਦਿੱਤਾ ਗਿਆ। ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਮਾਨਯੋਗ ਗਵਰਨਰ ਸਾਹਿਬ ਨੇ ਕੇਸ ਚਲਾਉਣ ਦੀ ਅਨੁਮਤੀ ਦੇ ਦਿੱਤੀ, ਸੈਂਕਸ਼ਨ ਦੇ ਦਿੱਤਾ, ਉਸ ਤੋਂ ਬਾਅਦ ਇੱਕ ਥਾਣੇਦਾਰ, ਇੱਕ SHO ਕੈਂਸਲੇਸ਼ਨ ਲਿਖ ਰਿਹਾ ਹੈ 2012 ਦੇ ਇਲੈਕਸ਼ਨ ਤੋਂ 5 ਦਿਨ ਪਹਿਲਾਂ। ਇਹ ਸਾਰਾ ਦੇਖੋ ਸਬੂਤ ਹੈ, ਇੱਕ ਚੀਜ਼ ਇਹਦੇ ਵਿੱਚ ਦਿੱਤਾ ਹੋਇਆ ਹੈ। ਇਸ ਦੇ ਨਾਲ ਸਾਰੇ ਗਵਾਹਾਂ ਦੇ ਬਿਆਨ ਪਲਸ ਜਿੰਨੇ ਵੀ ਸਬੂਤ ਸੀਗੇ, ਤਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਸਾਰਾਂਸ਼ ਹੈ, ਇਹ ਕੋਈ ਰਿਪੋਰਟ ਨਹੀਂ ਹੈ, ਇਹ ਸਾਰਾਂਸ਼ ਹੈ। ਤਾਂ ਹਰ ਚੀਜ਼ ਇਹਦੇ ਵਿੱਚ ਹੈ ਜੋ ਅੱਜ ਕਬੂਲ ਕੀਤਾ ਗਿਆ। ਕਿਸ ਤਰੀਕੇ ਦੇ ਨਾਲ ਗੋਲੀ ਚਲੀ, ਕਿਸ ਤਰੀਕੇ ਦੇ ਨਾਲ ਬੇਅਦਬੀ ਕਰਵਾਈ ਗਈ ਔਰ ਹਰ ਚੀਜ਼ ਇਸ ਦੇ ਵਿੱਚ ਹੈ। ਉਹਨਾਂ ਨੇ ਕੀਤਾ ਕਬੂਲ। ਮੈਂ ਇਹ ਕਹਿ ਰਿਹਾ ਕਿ ਦੇਖੋ ਅਸੀਂ ਉਸ ਦਿਨ ਜਿਸ ਸਟੈਂਡ ਤੇ ਸੀਗੇ, ਜਿਸ ਦਿਨ ਅਸੀਂ ਨੌਕਰੀ ਛੱਡੀ ਸੀ, ਅੱਜ ਵੀ ਉਸੇ ਸਟੈਂਡ ਤੇ ਕਾਇਮ ਹਾਂ। ਮੈਂ ਉਦੋਂ ਵੀ ਕਿਹਾ ਸੀ, ਤੁਸੀਂ ਮੇਰਾ 13 ਅਪ੍ਰੈਲ 2021 ਦਾ ਫੇਸਬੁੱਕ ਪੋਸਟ ਦੇਖ ਸਕਦੇ ਹੋ, ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ, ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ। ਮੈਂ ਇਹ ਵੀ ਬਾਰ-ਬਾਰ ਬੋਲਦਾ ਹਾਂ ਕਿ ਉਸ ਅਦਾਲਤ ਦੇ ਵਿੱਚ ਰੋਜ਼ਾਨਾ ਤੌਰ ਤੇ ਸੁਣਵਾਈ ਚੱਲ ਰਹੀ ਹੈ। ਅੱਜ ਵੀ ਜੋ ਲੋਕ ਇਸ ਕੇਸ ਦੇ ਨਾਲ ਜੋ ਕੁਝ ਵੀ ਕਰ ਰਹੇ ਨੇ, ਉਹ ਸਾਰਾ ਚੀਜ਼ ਵੀ ਸੁਣਵਾਈ ਅਧੀਨ ਹੈ ਔਰ ਬਹੁਤ ਚੰਗੇ ਤਰੀਕੇ ਦੇ ਨਾਲ। ਇਹ ਤਾਂ ਇੱਕ ਟ੍ਰੇਲਰ ਹੈ। ਮੈਂ ਇਹੀ ਕਹਾਂਗਾ ਕਿ ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਕੁਝ ਹੋਇਆ ਹੈ, ਇਹ ਇੱਕ ਟ੍ਰੇਲਰ ਹੈ। ਜਿਸ ਤਰ੍ਹਾਂ ਅਸੀਂ ਬੋਲਦੇ हैं ना कि आगे आगे देखिए होता है क्या, आगे आगे और कुछ होना है, बहुत कुछ होना है और हर सच्चाई सामने आनी और वो हर चेहरे तो वो नकाब उठ जाना है जिस जिसने जो जो करतूत की। लेकिन जदों कांग्रेस की सरकार सीगी उदों भी मेरे ते बहुत तसद्दद किया गया। जदों साडे मुख मंत्री भगवंत मान बने, इन्होंने तो तसद्दद की हद कर दी। ये परमात्मा की कृपा है कि मेरी साथ चल रही है और होर बहुत सारिया गल्लां ने जो मैं दसांगा। इन्हां दे नाल मैं जाके 2-3 बारी मुलाकात की, इन्हां दे रेजिडेंस ते भी विधान सभा दे विच चिट्ठियां ने, मेरे कोल चिट्ठियां पईयां ने, हर चिट्ठी की कापी जो मानयोग मुख मंत्री साहब नूं मैं दित्ती। क्यों? क्योंकि तुसीं 24 घंटियां दी गल कीती सी ते एक बारी भी तुसीं उचित नहीं समझिया कि मेरे नाल तुसीं गल करो। जिस दिन मेरी ज्वाइनिंग हुई सी, यूट्यूब ते भी है, हर एक थां ते है, फेसबुक ते है कि जिस दिन मेरी ज्वाइनिंग हुई सी, भगवंत मान साहब ने, केजरीवाल साहब ने यह कहा सी कि असीं बरगाड़ी दे केस दे विच इंसाफ देवांगे। सबूत के तौर पर उन्होंने ये कहा कि देखो जिस अफसर ने इंक्वायरी की है वो अफसर हुण साडे नाल है ते ये अफसर अपनी कलमी हुण इंसाफ देगा, इस करके तुसीं विश्वास करो कि असीं इंसाफ देवांगे। ये भगवंत मान साहब ने 21 जून 2021 ਨੂੰ ਅੰਮ੍ਰਿਤਸਰ ਦੇ ਸਰਕਿਟ ਹਾਊਸ ਦੇ ਵਿੱਚ ਇਹ ਗੱਲ ਕਹੀ ਸੀ ਔਰ ਤੁਸੀਂ ਸਾਰੇ ਲੋਕਾਂ ਨੇ ਉਸ ਚੀਜ਼ ਤੇ ਵਿਸ਼ਵਾਸ ਕਰ ਲਿਆ। ਲੇਕਿਨ ਭਗਵੰਤ ਮਾਨ ਸਾਹਿਬ ਜਦੋਂ ਤੋਂ ਮੁੱਖ ਮੰਤਰੀ ਬਣੇ 16 ਮਾਰਚ 2022 ਇਹਨਾਂ ਨੇ ਇੱਕ ਵਾਰੀ ਵੀ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਗੱਲ ਕਰਦੇ। ਜਦੋਂ ਮੈਂ ਗਿਆ ਇਹਨਾਂ ਦੇ ਕੋਲ 2-3 ਵਾਰੀ ਮੈਂ ਗਿਆ ਹਾਂ, ਵਿਧਾਨ ਸਭਾ ਦੇ ਵਿੱਚ ਵੀ
ਤੇ ਇਹਨਾਂ ਦੇ ਰੈਜ਼ੀਡੈਂਸ ਤੇ ਵੀ। ਮੈਂ ਕੇਜਰੀਵਾਲ ਸਾਹਿਬ ਨੂੰ ਵੀ ਮਿਲਿਆ ਇਸੇ ਸੰਬੰਧ ਦੇ ਵਿੱਚ। ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਸੀ, ਮੈਨੂੰ ਕੁਝ ਨਹੀਂ ਚਾਹੀਦਾ ਸੀ, ਲੇਕਿਨ ਇਹਨਾਂ ਨੇ ਵੀ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਉਸ ਨਾਲੋਂ 100 ਗੁਣਾ ਇਹਨਾਂ ਲੋਕਾਂ ਨੇ ਕੀਤਾ। ਤਸੱਦਦ ਵੀ ਕੀਤਾ ਮੇਰੇ ਤੇ, ਉਹ ਤਸੱਦਦ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਇਸ ਵੇਲੇ। ਮੌਕਾ ਆਉਣ ਦੋ, ਮੈਂ ਇੱਕ ਤਸੱਦਦ ਦੇ ਬਾਰੇ ਹਰ ਚੀਜ਼ ਮੈਂ ਉਹ ਰਾਜ ਖੋਲਾਂਗਾ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ, ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਤੇ ਅੱਜ ਵੀ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ। ਸਿਰਫ ਇਹੀ ਹੈ ਕਿ ਇਹਨਾਂ ਕੇਸਾਂ ਦੇ ਉੱਤੇ ਮੈਂ ਪਹਿਰਾ ਦੇ ਰਿਹਾ ਹਾਂ। ਹਾਈ ਕੋਰਟ ਹੋਵੇ, ਸੁਪਰੀਮ ਕੋਰਟ ਹੋਵੇ, ਫਰੀਦਕੋਟ ਦੀ ਅਦਾਲਤ ਹੋਵੇ ਜਾਂ ਫਰੀਦਕੋਟ ਤੋਂ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੇ ਵਿੱਚ ਕੇਸ ਤਬਦੀਲ ਹੋ ਚੁੱਕੇ ਨੇ। ਮੈਂ ਆਪਣੇ ਨਿੱਜੀ ਵਕੀਲ ਸਾਹਿਬਾਨ ਦੇ ਨਾਲ ਮੈਂ ਇਹਨਾਂ ਕੇਸਾਂ ਦੀ ਪੈਰਵਾਈ ਕਰ ਰਿਹਾ। ਮੈਂ ਜੋ ਅਦਾਲਤਾਂ ਨੇ, ਕਾਨੂੰਨੀ ਅਦਾਲਤਾਂ, ਇੱਥੇ ਵੀ ਸਾਡੀ ਪੈਰਵਾਈ ਇਸ ਕਰਕੇ ਚੱਲ ਰਹੀ ਹੈ। ਕੱਲ ਹੋ ਕੇ ਦੇਖੋ, ਜਾਣਾ ਸਾਰਿਆਂ ਨੇ ਹੈ। ਜਦੋਂ ਅਸੀਂ ਜਾਈਏ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਾਈਏ ਤਾਂ ਇਹੀ ਕਹਣ ਕਿ ਹਾਂ ਜੀ ਤੁਸੀਂ ਉੱਥੋਂ ਵੀ ਲੜਾਈ ਲੜ ਕੇ ਆਏ ਹੋ। ਮੈਨੂੰ ਪਤਾ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਜੀਤ ਨਹੀਂ ਸਕਦਾ, ਲੇਕਿਨ ਮੋਲ ਲੜਾਈ ਲੜਨ ਦਾ ਹੈ ਤਾਂ ਅਸੀਂ ਲੜਾਈ ਲੜਾਂਗੇ, ਹਰ ਤਰੀਕੇ ਦੇ ਨਾਲ ਲੜਾਈ ਲੜਾਂਗੇ। ਭਾਵੇਂ ਇਨਸਾਫ ਮਿਲਣਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਤੋਂ, ਲੇਕਿਨ ਇਹ ਸਾਰੀ ਲੜਾਈ ਚੱਲਦੇ ਰਹਿਣੀ ਹੈ। ਔਰ ਅੱਜ ਇਹ ਸਾਬਿਤ ਹੋ ਗਿਆ ਕਿ ਜੋ ਸਾਡੀ ਰਿਪੋਰਟ ਨੂੰ ਖਾਰਿਜ ਕਰਵਾਇਆ ਗਿਆ ਸੀ, ਤੁਸੀਂ ਸੋਚ ਸਕਦੇ ਹੋ ਕਿੰਨੇ ਲੋਕਾਂ ਨੇ ਔਰ ਕਿਸ ਤਰੀਕੇ ਦੇ ਨਾਲ ਛਲ ਪ੍ਰਪੰਚ ਕਰਕੇ ਉਹ ਰਿਪੋਰਟ ਖਾਰਿਜ ਕਰਵਾਈ ਗਈ। ਮੈਂ ਦੁਬਾਰਾ ਦੱਸਣਾ ਚਾਹੁੰਦਾ ਹਾਂ ਕਿ ਰਿਪੋਰਟ ਤਾਂ ਪਈ ਸੀਗੀ ਮਾਨਯੋਗ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ, ਤੇ ਖਾਰਿਜ ਹੋ ਰਹੀ ਹੈ ਕਿੱਥੋਂ? ਮਾਨਯੋਗ ਹਾਈ ਕੋਰਟ ਤੋਂ ਚੰਡੀਗੜ੍ਹ। ਉੱਥੋਂ ਫਰੀਦਕੋਟ ਤੋਂ ਰਿਪੋਰਟ ਮੰਗਾ ਕੇ ਪੜ੍ਹੀ ਵੀ ਨਹੀਂ ਗਈ ਕਿ ਇਹਦੇ ਵਿੱਚ ਕੀ ਖਰਾਬੀ ਹੈ। ਨਾ ਹੀ ਜੋ ਆਰਡਰ ਆਇਆ ਹੈ ਖਾਰਿਜ ਹੋਣ ਦਾ, ਉਹਦੇ ਵਿੱਚ ਕੋਈ ਇਸ ਤਰੀਕੇ ਦੀ ਗੱਲ ਲਿਖੀ ਗਈ ਹੈ ਕਿ ਇਹਦੇ ਵਿੱਚ ਕੀ ਖਰਾਬੀ ਹੈ, ਕਿਹੜੀ ਲਾਈਨ ਗਲਤ ਹੈ। ਅੱਜ ਸਾਬਿਤ ਹੋ ਗਿਆ, ਸਭ ਕੁਝ ਦੋਸ਼ੀਆਂ ਨੇ ਕਬੂਲ ਕਰ ਲਿਆ। ਤੁਸੀਂ ਦੇਖੋ, ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ। ਇਹ ਚਲੋ ਪੰਜਾਬ ਵਾਸੀਆਂ ਵਾਸਤੇ, ਪੰਜਾਬੀਆਂ ਵਾਸਤੇ, ਨਾਨਕ ਨਾਮ ਲੈਵਾ ਸੰਗਤਾਂ ਵਾਸਤੇ ਇੱਕ ਥੋੜੀ ਸੀ ਇੱਕ ਰਾਹਤ ਦੀ ਉਮੀਦ ਵਧੀ ਹੈ ਕਿ ਦੇਖੋ ਇਨਸਾਫ ਹੋ ਰਿਹਾ ਹੈ ਔਰ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋ ਰਿਹਾ ਹੈ। ਜੋ ਕਬੂਲਨਾਮਾ ਹੋਇਆ ਹੈ, ਭਗਵੰਤ ਮਾਨ ਸਾਹਿਬ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਇਸ ਕਬੂਲਨਾਮਾ ਦੇ ਆਧਾਰ ਤੇ ਦੁਬਾਰਾ ਤਲਬ ਕਰਵਾਓਗੇ ਆਪਣੀ SIT ਨੂੰ ਕਹਿ ਕੇ, ਤੇ ਇਹ ਸਾਰਾ ਕਬੂਲਨਾਮਾ ਤੁਸੀਂ ਕੇਸ ਫਾਈਲ ਤੇ ਲਿਆ ਕੇ ਅਦਾਲਤ ਦੇ ਵਿੱਚ ਦੋਗੇ। ਜੇਕਰ ਤੁਸੀਂ ਦਿੰਦੇ ਹੋ ਤਾਂ ਮੈਂ ਕਹਾਂਗਾ ਕਿ ਹਾਂ, ਅੱਜ ਵੀ ਤੁਸੀਂ ਮਤਲਬ ਇਸ ਕੇਸ ਦੇ ਨਾਲ ਜਾਂ ਕੁਝ ਵੀ, ਚਾਹੇ ਕੇਸ ਖਰਾਬ ਹੋ ਗਿਆ, ਤੁਸੀਂ ਕਰੋਗੇ ਤਾਂ ਸਾਨੂੰ ਚੰਗਾ ਲੱਗੇਗਾ। ਨਹੀਂ ਕਰਦੇ ਹੋ ਤਾਂ ਜੋ ਕੈਪਟਨ ਸਾਹਿਬ ਨੇ ਕੀਤਾ, ਤੁਸੀਂ ਵੀ ਉਹ ਰਾਹ ਤੋਂ ਬਹੁਤ ਦੂਰ ਔਰ ਬਹੁਤ ਅੱਗੇ ਤੁਸੀਂ ਜਾ ਚੁੱਕੇ ਹੋ। ਇੱਕ ਹੋਰ ਦੇਖੋ, ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ, ਬਹੁਤ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੇ ਇੱਕ MLA ਆਮ ਆਦਮੀ ਪਾਰਟੀ ਦੇ ਮਲੇਰਕੋਟਲਾ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਹੋਈ ਸੀ 2016 ਦੇ ਵਿੱਚ। ਉਹਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਮਾਨਯੋਗ ਸੈਸ਼ਨ ਅਦਾਲਤ ਵੱਲੋਂ। ਮਲੇਰਕੋਟਲਾ ਦੇ ਵਿੱਚ ਇੱਕ MLA ਸਾਹਿਬ ਨੂੰ ਸਜ਼ਾ ਦਿੱਤੀ ਗਈ ਹੈ। MLA ਸਾਹਿਬ ਦੋਸ਼ੀ ਕਰਾਰ ਦਿੱਤੇ ਗਏ ਨੇ। ਇਹ ਆਮ ਆਦਮੀ ਪਾਰਟੀ ਦੇ ਨੇ। ਮੈਂ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਲੇ ਗੱਲ ਨਹੀਂ ਹੋਈ ਹੈ, ਲੇਕਿਨ ਮੈਂ ਗੱਲਬਾਤ ਜਾਰੀ ਰੱਖਾਂਗਾ ਕਿ ਕੀ 2016 ਦੇ ਵਿੱਚ ਜੋ ਮਲੇਰਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ, ਜੇਕਰ ਦਿੱਲੀ ਦਾ ਇੱਕ MLA ਕਰਵਾ ਰਿਹਾ ਹੈ ਤਾਂ ਅਸੀਂ ਕੀ ਸੋਚੀਏ। ਔਰ ਕਿਸੇ ਦਾ ਬਿਆਨ ਨਹੀਂ ਆਇਆ, ਔਰ ਕਿਸੇ ਪਾਰਟੀ ਦਾ ਬਿਆਨ ਨਹੀਂ ਆਇਆ, ਕਿਸੇ ਲੀਡਰ ਦਾ ਬਿਆਨ ਨਹੀਂ ਆਇਆ। ਕਾਂਗਰਸ, BJP, ਅਕਾਲੀ ਦਲ, ਆਮ ਆਦਮੀ ਪਾਰਟੀ, ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ। ਲੇਕਿਨ ਆਹ ਦੇਖ ਲਓ, ਜੇਕਰ ਸਾਡੀ ਪਾਰਟੀ ਦੇ MLA ਇਸ ਤਰ੍ਹਾਂ ਕਰਨਗੇ ਤਾਂ ਲੋਕ ਕਿਸ ਤਰ੍ਹਾਂ ਸਾਡੀ ਪਾਰਟੀ ਤੇ ਵਿਸ਼ਵਾਸ ਕਰਨਗੇ। ਅਸੀਂ ਤਾਂ ਆਏ ਸੀਗੇ ਇੱਕ ਬਦਲਾਵ ਦੀ ਰਾਜਨੀਤੀ ਨੂੰ ਲੈ ਕੇ, ਤੇ ਇਹਦੇ ਉੱਤੇ ਵੀ ਕੋਈ ਨਾ ਕੋਈ ਦੇਖੋ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਅਦਾਲਤ ਨੇ ਹੀ ਦੋਸ਼ੀ ਕਰਾਰ ਦਿੱਤਾ। ਔਰ ਦੇਖੋ, ਸਭ ਤੋਂ ਮਾੜੀ ਗੱਲ ਹੈ ਕਿ ਉਦੋਂ ਜੋ ਬੇਅਦਬੀ ਹੋਈ ਸੀ, ਮੈਂ ਬਾਰ-ਬਾਰ ਇਹੀ ਕਹਿੰਦਾ ਆ ਰਿਹਾ ਹਾਂ ਕਿ ਦੇਖੋ ਸਾਰੇ ਧਰਮਾਂ ਦੇ ਸਾਰੇ ਗ੍ਰੰਥਾਂ ਦੀ ਬੇਅਦਬੀ ਹੋਈ ਹੈ। ਇਹ ਤਾਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਸਲਾ ਹੈ। ਔਰ ਬੇਅਦਬੀ ਹੈ, ਚਾਹੇ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੋਵੇ, ਇਹ ਤਾਂ ਬੇਅਦਬੀ ਹੈ। ਤੇ ਇਸ ਦੇ ਉੱਤੇ ਵੀ ਚਰਚਾ ਕਰਨੀ ਜ਼ਰੂਰੀ ਹੈ। ਕਰਨਾ ਕੀ ਚਾਹੀਦਾ ਹੈ, ਮੈਂ ਆਪਣੀ ਲੀਡਰਸ਼ਿਪ ਦੇ ਨਾਲ ਦੁਬਾਰਾ ਗੱਲ ਕਰਨ ਦਾ ਪ੍ਰਯਾਸ ਕਰਾਂਗਾ ਕਿ ਤੁਸੀਂ ਦੇਖੋ, ਸੋਚੋ ਕਿ ਅਸੀਂ ਕੀ ਕਰਨਾ ਹੈ।
हम क्या करने आए थे और क्या करने लगे, ਅਸੀਂ ਕੀ ਕਰਨ ਵਾਸਤੇ ਆਏ ਸੀ ਤੇ ਕੀ ਅਸੀਂ ਕਰਨ ਲੱਗ ਪਏ। ਤੇ ਇਹ ਸਾਰਾ ਕੁਝ ਦੇਖੋ, ਜੇਕਰ ਅਸੀਂ ਨਹੀਂ ਕਰਦੇ ਹਾਂ ਤੇ ਜਨਤਾ ਕਿਸੇ ਦੀ ਗੁਲਾਮ ਨਹੀਂ ਹੈ, ਨਾ ਆਟਾ ਦਾਲ ਦੀ ਗੁਲਾਮ ਰਹੀ ਹੈ, ਨਾ ਕੋਈ ਬਿਜਲੀ ਦੀ ਗੁਲਾਮ ਰਹੀ ਹੈ, ਨਾ ਕੋਈ 1000 ਰੁਪਏ ਦੀ ਗੁਲਾਮ ਰਹੀ ਹੈ। ਇਹ ਜਨਤਾ ਸੁਤੰਤਰ ਹੈ ਔਰ ਜਨਤਾ ਆਪਣੇ ਹਿਸਾਬ ਦੇ ਨਾਲ ਕਿਸ ਨੂੰ ਸਿਆਸਨ ਤੇ ਬਿਠਾਉਣਾ ਹੈ, ਕਿਸ ਨੂੰ ਸਿਆਸਨ ਤੋਂ ਚੱਕ ਕੇ ਬਾਹਰ ਸੁੱਟ ਦੇਣਾ ਹੈ, ਇਹ ਸਭ ਜਨਤਾ ਸੁਪਰੀਮ ਹੁੰਦੀ ਹੈ। ਤਾਂ ਅਸੀਂ ਜਨ ਹਿੱਤ ਦੇ ਵਿੱਚ ਕੰਮ ਕਰਾਂਗੇ। और दोबारा मैं कहना है कि भावें भगवंत मान जी तुसी जिन्ना मर्जी तसद्दद कर लो, ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ। ਜਿੰਨੀ ਤਾਕਤ ਹੈ, ਜਿੰਨੀ ਤਾਕਤ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੋਈ ਹੈ, ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ। ਔਰ ਅੱਜ ਦੇਖੋ ਇੱਕ ਗਲੀ ਦੇ ਵਿੱਚ ਰਹਿ ਰਹੇ ਹਾਂ ਤੁਹਾਡੇ ਕਰਕੇ, ਔਰ ਆਉਣ ਵਾਲੇ ਸਮਾਂ ਦੇ ਵਿੱਚ ਮੈਂ ਸਾਰਾ ਰਾਜ ਤੁਹਾਨੂੰ ਖੋਲ ਕੇ ਰੱਖ ਦੇਵਾਂਗਾ ਕਿ ਮੈਂ ਇੱਕ ਗਲੀ ਦੇ ਵਿੱਚ ਕਿਸ ਤਰ੍ਹਾਂ ਆਇਆ, ਇੱਕ IPS ਅਫਸਰ IG ਹੋ ਕੇ ਅੱਜ ਤੁਸੀਂ ਇੱਕ ਗਲੀ ਦੇ ਵਿੱਚ ਰਹਿਣ ਵਾਸਤੇ ਤੁਸੀਂ ਮਜਬੂਰ ਕੀਤਾ, ठीक है। तो लेकिन ये साडी लड़ाई गुरु ग्रंथ साहब जी की, ये सारी लड़ाई साडी जारी रहेगी और असी हर तरीके दे नाल हर तुहाडे वार दा मुकाबला करांगे और इंसाफ मिलना ही मिलना है। और इंसाफ गुरु गोबिंद सिंह जी दी अदालत तो मिलना है। इन्हां शब्दां दे नाल मैं तुहाडे तो इजाजत लेना हाँ और इस तो बाद ही आगे मैं तुहानूं दसांगा कि हाँ एक इहदे विच पक्ष जो है और हर तत्थ नूं सामने असी लेके आवांगे। ਕਿਸ ਦੀ ਕੀ ਕਰਤੂਤ ਹੈ। ਮਾਨ ਸਾਹਿਬ ਨੇ ਕਿਹਾ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿ ਬੇਅਦਬੀ ਦੇ ਕੇਸ ਦੇ ਵਿੱਚ ਨਵੇਂ ਤੱਥ ਆਉਣੇ ਨੇ। ਮੈਨੂੰ ਤਾਂ ਇਹੀ ਲੱਗ ਰਿਹਾ ਹੈ ਕਿ ਨਵਾਂ ਤੱਥ ਇਹੀ ਆ ਗਿਆ ਹੈ, ਮਲੇਰਕੋਟਲਾ ਦੇ ਵਿੱਚ ਆਪਣੀ ਪਾਰਟੀ ਦਾ ਵਿਧਾਇਕ ਦਿੱਲੀ ਦਾ ਕਨਵਿਕਟ ਹੋ ਗਿਆ, ਉਹਨੂੰ ਸਜ਼ਾ ਮਿਲ ਗਈ। ਮੈਨੂੰ ਇਹੀ ਲੱਗ ਰਿਹਾ ਹੈ ਕਿ ਇਹ ਨਵਾਂ ਤੱਥ ਹੈ। ਤੇ ਤੁਸੀਂ ਦੇਖੋ, ਲੋਕਾਂ ਦੇ ਸਾਹਮਣੇ ਆਓ, ਲੋਕਾਂ ਦੇ ਸਾਹਮਣੇ ਆ ਕੇ ਸੱਚਾਈ ਦੱਸੋ। ਕੋਈ ਵੀ ਗੁਲਾਮ ਨਹੀਂ ਹੈ, ਨਾ ਮੈਂ ਗੁਲਾਮ ਹਾਂ ना पंजाब की जनता गुलाम है। तुसी आमने सामने आओ, ठीक है। और जो तुसी बैक तो वार कर रहे हो साडे ते, ये वार बंद करो। क्यों कि इंसाफ तो गुरु गोबिंद सिंह जी की अदालत दे विच होना है और वो इंसाफ करके रहेंगे और हर तरीके दे नाल इंसाफ होगा और वो इंसाफ जो होगा वो दुनिया देखेगी। इन्हां शब्दां दे नाल तुहाडा सारिआं दा बहुत बहुत धन्नवाद। वाहिगुरू जी का खालसा, वाहिगुरू जी की